ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਹੁਸ਼ਨੇਕ ਸਿੰਘ ਪਿੰਕਾ ਅੱਜ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ। ਜਗਜੀਤ ਸਿੰਘ ਜੀ ਮੁੱਦਲ ਸੁਪਰੀਮ ਕੋਰਟ ਤੋਂ ਇੱਕ ਫੈਸਲਾ ਆ ਗਿਆ ਹੈ। ਫੈਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਬਹੁਤ ਅੱਛੇ ਸਿੱਖ ਕੌਮ ਨੂੰ ਇੱਕ ਰਾਹਤ ਦਿੱਤੀ ਹੈ। ਰਾਹਤ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਸ ਸਿੱਖ ਕੌਮ ਦਾ ਚੁਣਾਵ ਨਹੀਂ ਲੜ ਸਕਦੀਆਂ ਤਾਂ ਉਹਨਾਂ ਦੀ ਪਾਵਰ ਉਹਨਾਂ ਨੇ ਔਰ ਇੱਥੇ ਦੇ ਕਮਿਸ਼ਨਰ ਚੋਣ ਕਮਿਸ਼ਨ ਨੂੰ ਔਰ ਇੱਥੇ ਦੀ ਸਰਕਾਰ ਨੂੰ ਦਿੱਤੀ ਹੈ ਕਿ ਉਹ ਤੈਅ ਕਰੇ, ਪਤਾ ਕਰੇ ਕਿਹੜੀਆਂ ਪਾਰਟੀਆਂ ਰਾਜਨੀਤਿਕ ਹੈ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਚੁਣਾਵ ਨਹੀਂ ਲੜ ਸਕਦੇ। ਤੇ ਅੱਜ ਅਸੀਂ ਸਰਦਾਰ ਜਗਜੀਤ ਸਿੰਘ ਮੁੱਦਲ ਜੀ ਨਾਲ ਗੱਲਬਾਤ ਕਰ ਰਹੇ ਹਾਂ। ਮੁੱਦਲ ਜੀ, ਤੁਹਾਡਾ ਜਥੇਦਾਰ ਟੀਵੀ ਤੇ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਮੁੱਦਲ ਸਾਹਿਬ, ਅਸੀਂ ਇਹ ਜਾਣਨਾ ਚਾਹੁੰਦੇ ਸੀਗੇ ਕਿ ਸੁਪਰੀਮ ਕੋਰਟ ਦਾ ਜੋ ਫੈਸਲਾ ਆਇਆ, ਹਾਈ ਕੋਰਟ ਦਾ ਜੋ ਫੈਸਲਾ ਆਇਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਵੀਰ ਜੀ, ਇਸ ਤਰ੍ਹਾਂ ਹੈਗਾ ਕਿ ਜਿਹੜੇ ਅਗਰ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆ ਤੇ ਇਹਦੇ ਵਿੱਚ ਉਹਨਾਂ ਨੇ ਬੜਾ ਕਲੀਅਰਲੀ ਕਹਿ ਦਿੱਤਾ ਹੈਗਾ ਕਿ ਬਈ ਸਿਰਫ ਧਾਰਮਿਕ ਪਾਰਟੀਆਂ ਹੀ ਜਿਹੜੀ ਹੈਗੀਆਂ ਨਾ ਉਹ ਗੁਰਦੁਆਰੇ ਦੇ ਜਿਹੜੇ ਹੈਗੇ ਨੇ ਚੁਣਾਵ ਲੜ ਸਕਦੀ ਹੈਗੀ ਹੈ। ਇਹ ਦਿੱਲੀ ਹਾਈ ਕੋਰਟ ਦਾ ਜਿਹੜਾ ਹੈਗਾ ਫੈਸਲਾ ਕੱਲ੍ਹ ਆਇਆ ਹੈਗਾ। ਔਰ ਤੁਹਾਨੂੰ ਸ਼ਾਇਦ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਭਈ ਹਾਈ ਕੋਰਟ ਨੇ ਇਹ ਵੀ ਕਹਿ ਦਿੱਤਾ ਕਿ ਵੀ ਤੁਸੀਂ ਸਾਰੇ ਸਪਸ਼ਟੀਕਰਨ ਦਿਓ ਕਿ ਭਈ ਤੁਸੀਂ ਜਿਹੜੇ ਸਿਰਫ ਜਿਹੜੇ ਹੈਗੇ ਆ ਧਾਰਮਿਕ ਚੋਣਾਂ ਹੀ ਲੜੋਗੇ ਤੇ ਤੁਸੀਂ ਕੋਈ ਵੀ ਜਿਹੜੀ ਹੈਗੀ ਸਿਆਸਤ ਚੋਣਾਂ ਤੁਸੀਂ ਨਹੀਂ ਲੜੋਗੇ। ਤੇ ਇਹਦੇ ਵਿੱਚ ਜਿੱਥੇ ਤੱਕ ਮੈਨੂੰ ਪਤਾ ਲੱਗਾ ਹੈਗਾ ਕਿ ਭਈਆ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੇ ਹੈਗੇ ਨੇ ਦਿੱਲੀ ਦੇ ਜਿਹੜੇ ਸਰਨਾ ਬ੍ਰਦਰ ਹੈਗੇ ਨੇ ਤੇ ਇਹਨਾਂ ਨੇ ਤੇ ਆਪਣਾ ਜਿਹੜਾ ਐਫੀਡੇਵਿਟ ਕਿਹਾ ਗਿਆ ਸੀਗਾ ਪਿੱਛੇ ਕਿ ਭਈ ਤੁਸੀਂ ਇੱਕ ਐਫੀਡੇਵਿਟ ਜਮ੍ਹਾਂ ਕਰਾ ਦਿਓ ਤੇ ਇਹਨਾਂ ਨੇ ਮੇਰੀ ਜਾਣਕਾਰੀ ਦੇ ਮੁਤਾਬਕ ਇੱਕ ਐਫੀਡੇਵਿਟ ਇਹਨਾਂ ਨੂੰ ਜਮ੍ਹਾਂ ਕਰਾਤਾ ਜਿਹਦੇ ਵਿੱਚ ਉਹਨਾਂ ਨੇ ਲਿਖ ਕੇ ਦਿੱਤਾ ਕਿ ਸਾਡੀ ਧਾਰਮਿਕ ਪਾਰਟੀ ਹੈਗੀ ਹੈ ਤੇ ਅਸੀਂ ਕੋਈ ਵੀ ਪੋਲੀਟੀਕਲ ਕੋਈ ਵੀ ਅੱਜ ਤੱਕ ਇਲੈਕਸ਼ਨ ਨਹੀਂ ਲੜਿਆ, ਨਾ ਹੀ ਅਸੀਂ ਲੜਾਂਗੇ। ਦੇਖੋ ਵੀਰ ਜੀ, ਮੇਰੀ ਵੀ ਇੰਨੀ ਉਮਰ ਹੋ ਗਈ ਹੈ ਤੇ ਮੈਂ ਵੀ ਕਈ ਸਾਲਾਂ ਤੋਂ ਦੇਖਦਾ ਹੀ ਆ ਰਿਹਾ ਵਾ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਿਹੜੇ ਸਰਨਾ ਬ੍ਰਦਰਸ ਹੈਗੇ ਨੇ ਤੇ ਇਹਨਾਂ ਨੇ ਮੇਰੇ ਖਿਆਲ ਨਾਲ ਅੱਜ ਤੱਕ ਕੋਈ ਸਿਆਸੀ ਚੁਣਾਵ ਕਦੀ ਨਹੀਂ ਲੜੀ, ਨਾ ਤੇ ਕੋਈ MLA ਦੀ, ਨਾ ਕੋਈ ਕਿਤੇ ਕੌਂਸਲਰ ਦੀ ਕੋਈ ਵੀ ਚੁਣਾਵ ਨਹੀਂ ਲੜੀ। ਤੇ ਇਹਦਾ ਮਤਲਬ ਹੈਗਾ ਕਿ ਜਿਹੜਾ ਇਹਨਾਂ ਨੇ ਐਫੀਡੇਵਿਟ ਦਿੱਤਾ ਹੈਗਾ ਤੇ ਇਹਨਾਂ ਦੇ ਐਫੀਡੇਵਿਟ ਦੇ ਆਧਾਰ ਦੇ ਉੱਤੇ ਤੁਸੀਂ ਦੇਖੋ ਕਿ ਹੁਣ ਜਿਹੜਾ ਹੈਗਾ ਇਹ ਚੁਣਾਵ ਲੜ ਸਕਦੇ ਹੈਗੇ ਨੇ। ਔਰ ਇਹਨਾਂ ਨੇ ਇੱਕ ਜਿਹੜਾ ਕਿਹਾ ਗਿਆ ਸੀਗਾ ਕਿ ਤੁਸੀਂ ਰਜਿਸਟਰਾਰ ਆਫ ਸੁਸਾਇਟੀ ਦੇ ਵਿੱਚ ਵੀ ਤੁਹਾਡੇ ਰਜਿਸਟਰ ਨਹੀਂ ਹੈਗੀ ਤੇ ਇਹਨਾਂ ਨੇ ਉਹ ਵੀ ਕੱਲ੍ਹ ਆਪਣਾ ਜਿਹੜਾ ਹੈਗਾ ਸਰਟੀਫਿਕੇਟ ਜਮ੍ਹਾਂ ਕਰਾ ਦਿੱਤਾ ਹੈਗਾ। ਹੁਣ ਦੇਖੋ ਇਹਦੇ ਵਿੱਚ ਕੀ ਹੁੰਦਾ ਕਿ ਧਾਰਮਿਕ ਜਿਹੜੀਆਂ ਪਾਰਟੀਆਂ ਦੇ ਜਿਹੜੇ ਚੁਣਾਵ ਲੜਦੀਆਂ ਜਿਹੜੀਆਂ ਕੀ ਤੇ ਸਾਡੇ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਪਾਰਟੀਆਂ ਨੂੰ ਹੀ ਚੁਣਾਵ ਦੇਖੋ ਲੜਨਾ ਚਾਹੀਦਾ ਹੈਗਾ ਕਿਉਂਕਿ ਅਸੀਂ ਬੜਾ ਕੁਝ ਦੇਖ ਬੈਠੇ ਹੈਗੇ ਕਿ ਤੁਸੀਂ ਦੇਖੋ ਕਿ ਜਦੋਂ ਵੀ ਪੋਲੀਟੀਕਲ ਪਾਰਟੀਆਂ ਨੇ ਜਦੋਂ ਚੁਣਾਵ ਲੜਿਆ ਹੈਗਾ ਤੇ ਤੁਸੀਂ ਅੱਜ ਅਸੀਂ ਦੇਖ ਹੀ ਰਹੇ ਹੈਗੇ ਹਾਂ ਸਾਡੇ ਗੁਰਦੁਆਰਿਆਂ ਦਾ ਤੁਸੀਂ ਦੇਖੋ ਕੀ ਹਾਲ ਹੈਗਾ। ਮੈਂ ਤੁਹਾਨੂੰ ਇੱਕ ਬੜੀ ਵੱਡੀ ਕਲੀਅਰਲੀ ਗੱਲ ਦੱਸਾਂਗਾ। ਦੇਖੋ, ਮੈਂ ਕਹਿੰਦਾ ਵਾਂ ਕਿ ਤੁਸੀਂ ਗੁਰੂ ਘਰ ਦੇ ਚੁਣਾਵ ਲੜਦੇ ਹੈਗੇ ਹੋ ਤੇ ਗੁਰੂ ਘਰ ਦੇ ਵਿੱਚ ਤੁਸੀਂ ਗੁਰੂ ਘਰ ਦੀ ਹੀ ਮਰਿਆਦਾ ਨੂੰ ਤੁਸੀਂ ਨਹੀਂ ਸਮਝਦੇ ਪਏ। ਮੈਂ ਅੱਜ ਦੀ ਗੱਲ ਕਰਦਾ ਪਿਆ ਕਿ ਜਿਹੜੇ ਵੀ ਬੰਦੇ ਪੋਲੀਟੀਕਲ ਚੁਣਾਵ ਲੜਦੇ ਨੇ ਔਰ ਗੁਰਦੁਆਰਿਆਂ 'ਤੇ ਕਾਬਜ ਹੋ ਕੇ ਬੈਠੇ ਨੇ। ਮੈਂ ਤਾਂ ਇੱਕੋ ਗੱਲ ਕਹਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ, ਦੇਖੋ ਮੈਂ ਤਾਂ ਕਹਿੰਦਾ ਮੈਂ ਕਿਸੇ ਵੀ ਧਰਮ ਨੂੰ ਅਗਰ ਉਹਦੇ ਵਿੱਚ ਵਾਧਾ ਅਗਰ ਕਰਨਾ ਹੋਏਗਾ ਨਾ ਤੇ ਉਹਦੇ ਵਿੱਚ ਦੇਖੋ ਸਭ ਤੋਂ ਪਹਿਲੇ ਤਾਂ ਗੁਰੂ ਘਰ ਦਾ ਵਜ਼ੀਰ, ਗੁਰੂ ਘਰ ਦਾ ਰਾਗੀ, ਗੁਰੂ ਘਰ ਦਾ ਜਿਹੜੀ ਹੈਗੀ ਸੰਗਤ ਔਰ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਹੈਗੇ ਨਾ, ਇਹ ਚਾਰੋਂ ਦੇ ਚਾਰੋਂ ਅਗਰ ਬਰਾਬਰ ਹੋਣ ਨਾ ਤਦ ਹੀ ਜਿਹੜਾ ਹੈਗਾ ਨਾ ਤੁਸੀਂ ਦੇਖੋ ਕਿ ਸਾਡਾ ਧਰਮ ਵੱਧ ਸਕਦਾ ਹੈ। ਅਗਰ ਇੱਕ ਵੀ ਡਿੰਗਾ ਟਿੱਡਾ ਹੋ ਜਾਏਗਾ ਨਾ ਤੇ ਧਰਮ ਦੇ 'ਚ ਵਾਧਾ ਨਹੀਂ ਆ ਸਕਦਾ। ਅਸੀਂ ਦੇਖ ਹੀ ਰਹੇ ਹਾਂ ਕਿ ਤੁਸੀਂ ਦੇਖੋ ਕਿ ਪਿਛਲੇ ਆਪਾਂ 2 ਸਾਲ ਤੋਂ ਕੰਟੀਨਿਊਸਲੀ ਦੇਖ ਹੀ ਰਹੇ ਹਾਂ ਕਿ ਗੁਰਦੁਆਰਿਆਂ ਦੀ ਪੋਜੀਸ਼ਨ ਕੀ ਹੋ ਰਹੀ ਹੈ, ਕਿ ਗੁਰਦੁਆਰਾ ਦਾ ਹਾਲ ਕੀ ਹੋ ਰਿਹਾ। ਸਾਨੂੰ ਆਪਣੇ ਆਪ ਦੇ ਵਿੱਚ ਵੀ, ਮੈਂ ਇੱਕ ਸਿੱਖ ਹੈਗਾ ਮਗਰ ਸਿੱਖ ਹੋਣ ਦੇ ਨਾਤੇ ਵੀ ਮੈਨੂੰ ਵੀ ਇੱਕ ਸ਼ਰਮ ਆਉਂਦੀ ਹੈਗੀ ਕਿ ਯਾਰ ਇਹ ਗੁਰਦੁਆਰਿਆਂ ਦਾ ਕੀ ਹਾਲ ਹੋ ਰਿਹਾ ਹੈਗਾ। ਇਹਦੇ 'ਚ ਸਾਡੇ ਜਿਹੜੇ ਵੀ ਐਜੂਕੇਸ਼ਨਾਂ ਦਾ ਕੀ ਹਾਲ ਹੋ ਰਿਹਾ ਹੈ, ਸਾਡੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅੰਡਰ ਜਿਹੜੇ ਅਗਰ ਕਾਲਜ ਆ ਰਹੇ ਨੇ ਉਹਨਾਂ ਦਾ ਕੀ ਹਾਲ ਹੋ ਰਿਹਾ, ਜਿਹੜੇ ਹਸਪਤਾਲ ਜਿਹੜੇ ਅਗਰ ਬਣਨੇ ਸੀਗੇ ਤੇ ਉਹਨਾਂ ਦਾ ਕੀ ਹਾਲ ਹੋ ਰਿਹਾ। ਸਾਨੂੰ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਨਾ ਇਹ ਸ਼ਰਮ ਤੇ ਆਉਂਦੀ ਹੈ। ਵੀਰ ਜੀ ਇੱਕ ਗੱਲ ਤੁਹਾਡੇ ਨਾਲ ਹੋਰ ਸਪਸ਼ਟ ਕਰਨਾ ਚਾਹੁੰਦੇ, ਅਸੀਂ ਪੁੱਛਣਾ ਚਾਹੁੰਦੇ ਵੀ ਜਿਹੜਾ ਹੁਣ ਇਹਨਾਂ ਦਾ ਬਾਲਟੀ ਦਾ ਚੁਣਾਵ ਸੀਗਾ, ਇਹ ਬਾਦਲੀਆਂ ਦਾ ਚੁਣਾਵ ਸੀਗਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸੀਗਾ ਤੇ ਇਹ ਚੁਣਾਵ ਤੋਂ ਜਦ ਨਹੀਂ ਲੜ ਪਾਉਣਗੇ ਤੇ ਫਿਰ ਇਹ ਚੁਣਾਵ ਕਿੱਦਾਂ ਲੜਨਗੇ? ਦੇਖੋ ਵੀਰ ਜੀ, ਇਹ ਤਾਂ ਹੁਣ ਜਿੱਥੇ ਤੱਕ ਮੈਨੂੰ ਪਤਾ ਹੈਗਾ ਕਿ ਤੁਸੀਂ ਦੇਖੋ ਕਿ ਅਦਾਲਤ ਨੇ ਇਸ ਦੇ ਉੱਤੇ ਵੀ ਜਿਹੜਾ ਹੈਗਾ ਨਾ ਹੁਕਮ ਨਾਲ ਸਿਆਸੀ ਚੋਣਾਂ ਲੜਨ ਵਾਲੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਬਾਦਲ ਹੈਗੇ ਨੇ ਉਹਨਾਂ ਦੇ ਸਾਹਮਣੇ ਵੀ ਇੱਕ ਬੜੀ ਵੱਡੀ ਇੱਕ ਮੁਸ਼ਕਲ ਜੀ ਪੈਦਾ ਹੋ ਗਈ ਹੈਗੀ ਹੈ ਕਿਉਂਕਿ ਅਦਾਲਤ ਨੇ ਗੁਰਦੁਆਰੇ ਚੋਣ ਡਾਇਰੈਕਟਰ ਨੂੰ ਜਿਹੜਾ ਹੈਗਾ ਨਾ ਇਹ ਨਿਰਦੇਸ਼ ਦਿੱਤੇ ਹੈਗੇ ਨੇ ਕਿ ਦਿੱਲੀ ਗੁਰਦੁਆਰਾ ਦੇ ਜਿਹੜੇ ਚੋਣਾਂ ਦੌਰਾਨ ਗੁਰਦੁਆਰਾ ਜਿਹੜੇ ਐਕਟ ਦੇ ਤਹਿਤ ਨਿਯਮਾਂ ਦੇ ਵਿੱਚ ਸਖਤੀ ਦੇ ਨਾਲ ਜਿਹੜਾ ਹੈਗਾ ਨਾ ਉਹਦਾ ਹੈਗਾ ਪਾਲਣ ਕਰਨਾ ਹੈਗਾ। ਤੇ ਇਹਦੇ ਵਾਸਤੇ ਤੁਸੀਂ ਦੇਖੋ ਅਕਾਲੀ ਦਲ ਜਿਹੜਾ ਬਾਦਲ ਹੈਗਾ ਇਹਨਾਂ ਨੂੰ ਬੜਾ ਵੱਡਾ
ਝਟਕਾ ਪਏਗਾ। ਔਰ ਮੈਂ ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਦੇਣਾ ਚਾਹੁੰਦਾ ਵਾਂ ਕਿ ਜਿਹੜਾ ਅਕਾਲੀ ਦਲ ਜਿਹੜੇ ਬਾਦਲ ਨੇ, ਇਹ ਵੀ ਪਤਾ ਲੱਗਿਆ ਹੈਗਾ ਕਿ ਅਦਾਲਤ ਨੇ ਅਕਾਲੀ ਦਲ ਦੀ ਜਿਹੜੀ ਪਟੀਸ਼ਨ ਜਿਹੜੀ ਉਹਨਾਂ ਨੇ ਪਾਈ ਸੀਗੀ ਨਾ, ਤੇ ਉਹ ਪਟੀਸ਼ਨ ਵੀ ਗੁਰਦੁਆਰਾ ਚੋਣ ਮੰਤਰੀ ਜਿਹੜੇ ਹੈਗੇ ਰਜਿੰਦਰ ਜਿਹੜੇ ਆਪਣੇ ਗੌਤਮ ਜਿਹੜੇ ਹੈਗੇ ਨੇ ਆਫਿਸ ਆਰਡਰ ਤੋਂ ਜਿਹੜਾ ਹੈਗਾ ਨਾ, ਉਹ ਵੀ ਰੋਕ ਲਗਾ ਦਿੱਤੀ ਹੈ। ਤੇ ਅਦਾਲਤ ਨੇ ਕਿਹਾ ਹੈਗਾ ਕਿ ਜੋ ਵੀ ਸਲਾਹ ਕਰਨੀ ਹੈਗੀ ਉਹ ਚੋਣਾਂ ਕਰਵਾਉਣ ਲਈ ਗੁਰਦੁਆਰਾ ਡਾਇਰੈਕਟਰ ਹੀ ਜਾਰੀ ਕਰੇਗਾ। ਕਿਤੇ ਨਾ ਕਿਤੇ ਅਸੀਂ ਦੇਖਦੇ ਹੈਗੇ ਕਿ ਦੇਖੋ, ਇਹ ਤਾਂ ਗੱਲ ਕਿਸੇ ਕੋਲੋਂ ਛੁਪੀ ਨਹੀਂ ਹੈਗੀ ਕਿ ਅਕਾਲੀ ਦਲ ਬਾਦਲ ਜਿਹੜੇ ਹੈਗੇ ਨੇ ਇਹ ਪੋਲੀਟੀਕਲ ਪਾਰਟੀ ਤੇ ਹੈ ਹੀ ਹੈਗੀ। ਔਰ ਕਈ ਵਾਰੀ ਤੁਸੀਂ ਦੇਖੋ ਕਿ ਮਨਜੀਤ ਸਿੰਘ ਜੀਕੇ ਨੇ ਵੀ ਆਪਣੇ ਕਈ ਵਾਰੀ ਤੁਸੀਂ ਦੇਖੋ ਕਿ ਇੰਟਰਵਿਊ ਦੇ ਉੱਤੇ ਕਿਹਾ ਹੈਗਾ ਕਿ ਸਾਰਾ ਪੈਸਾ ਜਿਹੜਾ ਹੈਗਾ ਨਾ ਪੰਜਾਬ ਚੋਣਾਂ ਦੇ ਵਿੱਚ ਵੀ ਜਿਹੜਾ ਹੈਗਾ ਨਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਭੇਜਿਆ ਜਾਂਦਾ ਸੀਗਾ ਜੀ। ਉਹਨਾਂ ਦਾ ਸਾਰਾ ਸਟਾਫ ਵੀ ਜਾਂਦਾ ਸੀਗਾ, ਗੱਡੀਆਂ ਵੀ ਜਾਂਦੀਆਂ ਸੀਗੀਆਂ। ਇੱਥੋਂ ਅਸੀਂ ਇਹ ਅੰਦਾਜ਼ਾ ਲਗਾ ਲਈਏ ਕਿ ਜਿਹੜਾ ਅਸੀਂ ਅਗਰ ਬਾਈ ਦੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅੱਜ ਵੀ ਜਿਹੜੇ ਕਾਬਜ ਹੋਏ ਨੇ ਮਨਜਿੰਦਰ ਸਿੰਘ ਸਿਰਸਾ ਜੀ, ਉਹ ਵੀ ਨਾ ਕਿਤੇ ਤੇ ਉਹਨਾਂ ਦਾ ਝੁਕਾਵ ਜਿਹੜਾ ਅਕਾਲੀ ਦਲ ਬਾਦਲ ਦੇ ਵੱਲ ਪਾਸੇ ਹੈ ਹੀ ਹੈ ਨਾ ਜੀ। ਤੁਸੀਂ ਸੁਣਿਆ ਹੋਏਗਾ ਪਿਛਲੇ ਦਿਨਾਂ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਵੀ ਉਹਨਾਂ ਨੇ ਕੀ ਕਿਹਾ ਸੀ। ਇੱਕ ਮਨਜਿੰਦਰ ਸਿੰਘ ਸਿਰਸਾ ਜੀ ਦੀ ਇੱਕ ਬਾਈਟ ਆਈ ਸੀਗੀ ਤੇ ਉਹਨਾਂ ਨੇ ਕਿਹਾ ਸੀਗਾ, ਸਾਨੂੰ ਸੁਖਬੀਰ ਬਾਦਲ ਜੀ ਨੇ ਹੁਕਮ ਦਿੱਤਾ ਹੈਗਾ ਕਿ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਨੂੰ ਕੋਈ ਵੀ ਚੀਜ਼ ਦੀ ਅਗਰ ਜ਼ਰੂਰਤ ਹੈਗੀ ਹੈ ਤੇ ਅਕਾਲੀ ਦਲ ਬਾਦਲ ਦੇ ਵੱਲੋਂ ਦਿੱਤੀ ਜਾਏਗੀ। ਮੈਂ ਕੀ ਕਿਹਾ, ਧਿਆਨ ਨਾਲ ਸੁਣਿਆ ਤੁਸੀਂ? ਕਿ ਜਿਹੜਾ ਵੀ ਅਗਰ ਇਹਦਾ ਮਤਲਬ ਹੈਗਾ ਕਿ ਅਕਾਲੀ ਦਲ ਬਾਦਲ ਦੇ ਵੱਲੋਂ ਹੁਕਮ ਕੀਤਾ ਗਿਆ ਹੈ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੂੰ ਹੁਕਮ ਕੀਤਾ ਗਿਆ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕਿਹਦਾ ਦਾ ਹੁਕਮ ਮੰਨਦੇ ਪਏ ਨੇ ਜੀ? ਅਕਾਲੀ ਦਲ ਬਾਦਲ ਪਾਰਟੀ ਦਾ, ਜਿਹੜੀ ਕਿ ਇੱਕ ਪੋਲੀਟੀਕਲ ਪਾਰਟੀ ਹੈਗੀ ਵੀਰ ਜੀ। ਇਹ ਤਾਂ ਮੇਰੇ ਖਿਆਲ ਨਾਲ ਦੇਖੋ ਬਹੁਤ ਵੱਡਾ ਜਿਹੜਾ ਹੈਗਾ ਨਾ ਝਟਕਾ ਅਕਾਲੀ ਦਲ ਬਾਦਲ ਨੂੰ ਪਵੇਗਾ, ਕਿਉਂਕਿ ਬੇਸਿਕਲੀ ਇਹ ਅਗਰ ਲਿਖ ਕੇ ਦਿੰਦੇ ਨੇ, ਮੈਨੂੰ ਇਹ ਵੀ ਗੱਲ ਪਤਾ ਲੱਗਿਆ ਕਿ ਜਿਸ ਤਰ੍ਹਾਂ ਕਿ ਸਰਨਸ ਬ੍ਰਦਰ ਨੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਨਾ ਦਿੱਲੀ ਤੋਂ, ਉਹਨਾਂ ਨੇ ਜਿਹੜਾ ਹੈਗਾ ਨਾ ਲਿਖ ਕੇ ਦੇ ਦਿੱਤਾ, ਐਫੀਡੇਵਿਟ ਲਿਖ ਕੇ ਦੇ ਦਿੱਤਾ। ਤੇ ਅਕਾਲੀ ਦਲ ਬਾਦਲ ਦੀ ਤਰਫ ਤੋਂ ਕੱਲ ਜਿਹੜੀ ਤਰੀਕ ਸੀ ਨਾ ਵੀਰ ਜੀ 26 ਮਾਰਚ ਦਾ ਜਿਹੜਾ ਡੇਟ ਸੀ ਇਹਨਾਂ ਨੇ ਪਾਣੀ ਸੀਗੀ ਕਿ ਭਈ ਐਫੀਡੇਵਿਟ ਆਪਣਾ ਦਿਓ। ਅਕਾਲੀ ਦਲ ਬਾਦਲ ਵੱਲੋਂ ਕੋਈ ਵੀ ਐਫੀਡੇਵਿਟ ਨਹੀਂ ਦਿੱਤਾ ਗਿਆ, ਬਲਕਿ ਉਹਨਾਂ ਨੂੰ ਵੀ ਚੁਣੌਤੀ ਦੇ ਦਿੱਤੀ ਹੈਗੀ ਕਿ ਭਈ ਅਸੀਂ ਤੁਹਾਨੂੰ ਚੁਣੌਤੀ ਦਿੰਦੇ ਹਾਂ, ਜਿਹੜਾ ਕਿ ਉਹਨਾਂ ਨੇ ਜਿਹੜਾ ਚੁਣਾਵੀ ਦੇ ਤਹਿਤ ਜਿਹੜਾ ਉਹਨਾਂ ਦੇ ਫੈਸਲਾ ਇੱਕ ਸੁਣਾਇਆ ਗਿਆ ਸੀਗਾ। ਹੁਣ ਦੇਖਦੇ ਹਾਂ ਕਿ ਕੀ ਹੁੰਦਾ ਕੀ ਨਹੀਂ ਹੁੰਦਾ। ਮਗਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਕਿ ਇਹ ਜੋ ਵੀ ਅਗਰ ਮਾਨਨੀ ਹਾਈ ਕੋਰਟ ਨੇ ਅਗਰ ਜੋ ਵੀ ਇਹ ਫੈਸਲਾ ਸੁਣਾਇਆ, ਮੈਂ ਆਪਣੀ ਪਰਸਨਲ ਰਾਏ ਦੱਸਣਾ ਵਾ। ਮੈਨੂੰ ਨਹੀਂ ਪਤਾ ਕਿ ਸਿੱਖ ਸੰਗਤ ਉਹਨੂੰ ਕੀ ਸਮਝਦੀ ਪਈ ਕੀ ਨਹੀਂ ਸਮਝਦੀ ਪਈ, ਮਗਰ ਮੈਂ ਵੀ ਤੁਸੀਂ ਦੇਖੋ ਕਿ ਰੋਜ਼ ਮੀਡੀਆ ਦੇ ਵਿੱਚ ਰਹਿਣਾ ਵਾ, ਸਭ ਕੁਝ ਰਹਿਣਾ ਵਾ। ਮੈਂ ਲੋਕਾਂ ਤੱਕ ਆਪਣੀ ਇੱਕ ਸੱਚ ਦੀ ਆਵਾਜ਼ ਪਹੁੰਚਾਉਣਾ ਵਾ ਔਰ ਲੋਕਾਂ ਨੂੰ ਰੋਜ਼ ਜਿਹੜਾ ਹੈਗਾ ਨਾ ਅਪਡੇਟ ਤੁਹਾਨੂੰ ਦੇਖੋ ਸਿੱਖੀਜ਼ਮ ਦੇ ਬਾਰੇ ਮੈਂ ਦੱਸਦਾ। ਮੈਂ ਆਪਣੇ ਮਨ ਦੀ ਤੁਹਾਨੂੰ ਆਵਾਜ਼ ਦੱਸ ਰਿਹਾ ਕਿ ਮੈਂ ਜਿਹੜਾ ਮੰਨਣੀ ਜਿਹੜੇ ਹਾਈ ਕੋਰਟ ਦਾ ਜਿਹੜਾ ਫੈਸਲਾ ਹੈਗਾ ਇਹਦਾ ਆਪਣੇ ਤਹਿ ਦਿਲੋਂ ਜਿਹੜਾ ਹੈਗਾ ਨਾ ਇਹਨਾਂ ਦਾ ਧੰਨਵਾਦ ਕਰਦਾ, ਕਿਉਂਕਿ ਅੱਜ ਤੱਕ ਦੇਖੋ ਜਿਹੜਾ ਪੋਲੀਟੀਕਲ ਜਿਹੜੇ ਬੰਦੇ ਜਿਹੜੀਆਂ ਪਾਰਟੀਆਂ ਜਿਹੜੀਆਂ ਵੀ ਸਿਆਸੀ ਪਾਰਟੀਆਂ ਪੋਲੀਟੀਕਲ ਪਾਰਟੀਆਂ ਉਹ ਸਿੱਖਾਂ ਨੂੰ ਗੁੰਮਰਾਹ ਕਰਦੀਆਂ ਪਈਆਂ ਸੀਗੀਆਂ ਤੇ ਸਿੱਖਾਂ ਨੂੰ ਗੁੰਮਰਾਹ ਉਹਨਾਂ ਨੇ ਕੀਤਾ ਕਿ ਸਿੱਖ ਵੀ ਸਮਝ ਨਹੀਂ ਸੀ ਪਾਉਂਦੇ ਯਾਰ ਕਿ ਇਹ ਪਾਰਟੀ ਜਿਹੜੀ ਹੈਗੀ ਹੈ ਸਿਆਸੀ ਪਾਰਟੀ ਹੈਗੀ ਹੈ ਜਾਂ ਧਾਰਮਿਕ ਪਾਰਟੀ ਹੈਗੀ ਹੈ। ਔਰ ਹੈਰਾਨਗੀ ਦੀ ਮੈਨੂੰ ਇਹ ਗੱਲ ਹੈਗੀ ਹੈ, ਮੈਂ ਮੰਨਣੀ ਹੈ ਜਿਹੜੇ ਹਾਈ ਕੋਰਟ ਦੇ ਜੱਜ ਸਾਹਿਬ ਦਾ ਬਹੁਤ ਧੰਨਵਾਦ ਕਰਦਾ, ਆਪਣੇ ਵੱਲੋਂ ਸਿੱਖ ਸੰਗਤਾਂ ਵੱਲੋਂ ਵੀ ਧੰਨਵਾਦ ਕਰਦਾ ਕਿ ਜਿਹੜਾ ਇਹਨਾਂ ਨੇ ਇਹ ਜਿਹੜਾ ਫੈਸਲਾ ਸੁਣਾਇਆ। ਔਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਕਿ ਸਾਡੇ ਸਿੱਖਾਂ ਦਾ ਜਿਹੜਾ ਮਰਿਆਦ ਸਿੱਖਾਂ ਦੇ ਗੁਰਦੁਆਰੇ ਦੇ ਜਿਹੜੀ ਹੈਗੀਆਂ ਪੋਜੀਸ਼ਨਾਂ ਬਹੁਤ ਵਧੀਆ ਤਦ ਆਉਣਗੀਆਂ ਜੇ ਕਿ ਜਿਹੜੀ ਧਾਰਮਿਕ ਬੰਦਿਆਂ ਦੇ ਹੱਥ ਦੇ ਵਿੱਚ ਸਾਡੇ ਗੁਰਦੁਆਰਿਆਂ ਦੀ ਕਸਟੋਡੀਅਨ ਉਹ ਬਣਨਗੇ, ਤਦ ਹੀ ਸਭ ਕੁਝ ਹੋਏਗਾ। ਤੇ ਹੁਣ ਇੱਕ ਗੱਲ ਦੱਸੋ, ਮੈਨੂੰ ਇੱਕ ਗੱਲ ਦੱਸੋ, ਤੁਸੀਂ ਇੰਨੇ ਕਰੋੜਾਂ ਦੀ ਜਿਹੜੀ ਸਾਡੇ ਕੋਲ ਗੋਲਕ ਆਉਂਦੀ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਗੁਰਦੁਆਰਿਆਂ ਦੇ ਵਿੱਚ, ਅਗਰ ਇੰਨੇ ਕਰੋੜਾਂ ਦੀ ਅਗਰ ਸਾਡੇ ਕੋਲ ਅਗਰ ਆਉਂਦੀ ਹੈਗੀ ਤੁਸੀਂ ਦੱਸੋ, ਤੇ ਉਹ ਅਗਰ ਧਾਰਮਿਕ ਬੰਦਿਆਂ ਦੇ ਹੱਥ 'ਚ ਹੁੰਦਾ ਨਾ ਜੀ ਵੀਰ ਜੀ, ਇਹ ਬੜਾ ਕੁਝ ਸਾਡੀ ਸਿੱਖਿਆ ਵੀ ਬੜੀ ਵਧੀਆ ਹੋ ਜਾਂਦੀ, ਸਾਡੇ ਹਸਪੀਟਲ ਵੀ ਬੜੇ ਵਧੀਆ ਬਣ ਜਾਂਦੇ, ਸਾਡੇ ਐਜੂਕੇਸ਼ਨ ਮਨਿਆਰ ਬਹੁਤ ਵਧੀਆ ਬਣ ਜਾਂਦਾ। ਤੇ ਅਸੀਂ ਤਾਂ ਉਮੀਦ ਕਰਦੇ ਹਾਂ ਕਿ ਜਿਹੜੇ 25 ਅਪ੍ਰੈਲ ਨੂੰ ਜਿਹੜੇ ਵੋਟਾਂ ਅਗਰ ਆ ਰਹੀਆਂ ਧਾਰਮਿਕ ਪਾਰਟੀਆਂ ਆਉਣ, ਚੰਗੇ ਬੰਦੇ ਅਸੀਂ ਚੁਣ ਕੇ ਲਿਆਈਏ। ਔਰ ਮੈਂ ਤਾਂ ਕਹਾਂਗਾ ਕਿ ਜਿਹੜੇ ਵੀ ਸਾਡੇ ਸਿੱਖ ਵੀਰ ਹੈਗੇ ਨੇ ਜਿਨ੍ਹਾਂ ਦੀਆਂ ਵੋਟਾਂ ਬਣ ਗਈਆਂ ਹੈਗੀਆਂ, ਉਹ ਆਪਣੀਆਂ ਵੋਟਾਂ ਨੂੰ ਆਪਣੀ ਇੱਕ ਵੋਟ ਦੀ ਬੜੀ ਤਾਕਤ ਹੈ ਤੁਹਾਡੇ ਕੋਲ, ਆਪਣੀ ਇੱਕ ਵੋਟ ਦੀ ਤਾਕਤ ਨੂੰ ਇਸਤੇਮਾਲ ਕਰਕੇ ਚੰਗਾ ਬੰਦਾ ਲੈ ਕੇ ਆਓ ਤੇ ਜਿਹਦੇ ਨਾਲ ਸਾਡਾ ਵੀ ਸਿਰ ਜਿਹੜਾ ਹੈਗਾ ਮਾਨ ਨਾਲ ਉੱਚਾ ਹੋਏਗਾ। ਇੱਕ ਵਚਨ ਮੇਰੇ ਦਿਲ 'ਚ ਵਾਰ-ਵਾਰ ਉੱਠਦਾ ਵੀਰ ਜੀ, ਮੈਂ ਪੁੱਛਣਾ ਚਾਹੁੰਦਾ, ਜਿੱਦਾਂ ਤੁਸੀਂ ਦੱਸਿਆ ਮਨਜੀਤ ਸਿੰਘ ਜੀਕੀ ਨੇ ਦੱਸਿਆ
कि ये गोलकों के ਜਿਹੜੇ पैसे निकलते से पंजाब सरकार के लिए अकाली दल के लिए चुनाव में जाते से तो मनजीत सिंह जीके तो खुद उस वेले प्रधान सके तो वो ये किहो जिहियां गलतियां करते रहे। ਵੀਰ ਜੀ ਇਹ ਤਾਂ ਤੁਸੀਂ ਮਨਜੀਤ ਸਿੰਘ ਜੀਕੇ ਕੋਲ ਜਾ ਕੇ ਪੁੱਛੋ ਕਿ ਮਨਜੀਤ ਸਿੰਘ ਜੀਕੇ ਨੇ ਕੋਈ ਗਲਤੀ ਕੀਤੀ ਨਹੀਂ ਕੀਤੀ। ਮੈਂ ਤੇ ਮਨਜੀਤ ਸਿੰਘ ਜੀਕੇ ਦਾ ਇੱਕ ਬਿਆਨ ਤੁਹਾਨੂੰ ਦੱਸਦਾ ਪਿਆ ਕਿਉਂਕਿ ਉਹਨਾਂ ਦਾ ਇੱਕ ਟੀਵੀ ਤੇ ਬਿਆਨ ਆਇਆ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਕਿਹੜਾ ਚੀਜ਼ਾਂ ਸਾਨੂੰ ਪਤਾ ਹੈਗਾ ਕਿ ਚੁਣਾਵ ਦੇ ਵਿੱਚ ਪੰਜਾਬ ਦੇ ਚੁਣਾਵ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਪੈਸਾ ਵੀ ਭੇਜਿਆ ਜਾਂਦਾ, ਇੱਥੋਂ ਦਾ ਸਟਾਫ ਵੀ ਭੇਜਿਆ ਜਾਂਦਾ, ਇੱਥੋਂ ਦੀਆਂ ਗੱਡੀਆਂ ਵੀ ਭੇਜੀਆਂ ਜਾਂਦੀਆਂ। ਇਹ ਮਨਜੀਤ ਸਿੰਘ ਜੀਕੇ ਨੇ ਇਹ ਇੱਕ ਟੀਵੀ ਇੰਟਰਵਿਊ ਦੇ ਵਿੱਚ ਕਿਹਾ ਸੀਗਾ। ਮੈਂ ਉਸ ਆਧਾਰ ਤੇ ਤੁਹਾਨੂੰ ਕਹਿ ਰਿਹਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਤੁਸੀਂ ਕਹੋ ਕਿ ਮਨਜੀਤ ਸਿੰਘ ਜੀਕੇ ਵੀ ਪਹਿਲੇ ਉਹਨਾਂ ਦੀ ਪਾਰਟੀ ਸੀਗੇ ਬਈ ਅਕਾਲੀ ਦਲ ਬਾਦਲ ਸੀਗੇ। ਹੁਣ ਜੇ ਅਕਾਲੀ ਦਲ ਬਾਦਲ ਦੇ ਵਿੱਚ ਸੀਗੇ ਕਿ ਦੇਖੋ ਕੁਛ ਤਾਂ ਹੋਏਗਾ ਨਾ ਕਿ ਸ਼ਾਇਦ ਮਨਜੀਤ ਸਿੰਘ ਜੀਕੇ ਨੇ ਕੁਛ ਉਹਨਾਂ ਦੀਆਂ ਗੱਲਾਂ ਨਾ ਮੰਨੀਆਂ ਹੋਣ ਤਦ ਕਰਕੇ ਉਹਨਾਂ ਨੂੰ ਸ਼ਾਇਦ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੋਏ। ਕਿਉਂਕਿ ਇੱਕ ਵਾਰੀ ਮਨਜੀਤ ਸਿੰਘ ਜੀਕੇ ਵੀ ਇੱਕ ਵਾਰੀ ਇੰਟਰਵਿਊ 'ਚ ਕਹਿ ਰਹੇ ਸੀਗੇ ਕਿ ਜੀ ਮੈਂ ਕੋਈ ਬਿਆਨ ਦਿੱਤਾ ਸੀਗਾ ਕਿ ਸਿਰਸਾ ਜਿਹੜਾ ਹੈਗਾ ਸੀਗਾ ਰਾਮ ਰਹੀਮ ਦਾ ਕਿ ਬਈ ਉਹਦੇ ਵਾਸਤੇ ਕੋਈ ਬਿਆਨ ਦਿੱਤਾ ਸੀਗਾ ਤੇ ਮੈਨੂੰ ਸੁਖਬੀਰ ਬਾਦਲ ਜੀ ਦਾ ਫੋਨ ਆਇਆ ਸੀਗਾ ਤੁਸੀਂ ਇਹ ਕੋਈ ਬਿਆਨ ਦਿੱਤਾ ਤੇ ਉਹਨਾਂ ਨੇ ਕਿਹਾ ਜੀ ਹਾਂ ਮੈਂ ਬਿਆਨ ਦਿੱਤਾ ਤੇ ਮਨਜੀਤ ਸਿੰਘ ਜੀਕੇ ਕਹਿੰਦੇ ਨੇ ਮੈਨੂੰ ਉਹਨਾਂ ਨੇ ਕਿਹਾ ਸੀว่าਤੁਹਾਡੀ ਇੱਥੇ ਪੰਜਾਬ 'ਚ ਕੋਈ ਲੋੜ ਕੋਈ ਨਹੀਂ, ਤੁਸੀਂ ਆਪਣਾ ਬੋਰੀਆ ਬਿਸਤਰਾ ਬੰਨੋ ਤੇ ਆਪਣਾ ਦਿੱਲੀ ਚਲੇ ਜਾਓ। ਇਹਦਾ ਮਤਲਬ ਹੈਗਾ ਕਿ ਅਗਲਾ ਬੰਦਾ ਅਗਰ ਮਨਜੀਤ ਸਿੰਘ ਜੀਕੇ ਅਗਰ ਕੋਈ ਸੱਚ ਬੋਲਦਾ ਪਿਆ ਸੀਗਾ ਤੇ ਇਹਦੇ ਹਾਈ ਕਮਾਂਡ ਨੇ ਇਹਨਾਂ ਨੂੰ ਕਹਿ ਦਿੱਤਾ ਨਾ ਕਿ ਨਹੀਂ ਤੁਸੀਂ ਦਿੱਲੀ ਚਲੇ ਜਾਓ, ਤੁਹਾਡਾ ਪੰਜਾਬ 'ਚ ਕੋਈ ਲੋੜ ਨਹੀਂ ਹੈਗੀ। ਇਹਦਾ ਮਤਲਬ ਕਿਤੇ ਨਾ ਕਿਤੇ ਮਨਜੀਤ ਸਿੰਘ ਜੀਕੇ ਸੱਚ ਬੋਲ ਹੀ ਰਿਹਾ ਨਾ। ਅੱਛਾ ਵੀਰ ਜੀ ਇਹ ਲੱਗਦਾ ਹੈ ਕਿ ਜਿਹੜਾ ਹਾਈ ਕੋਰਟ ਦਾ ਫੈਸਲਾ ਆਇਆ ਦਿੱਲੀ ਦੀਆਂ ਕਾਫੀ ਸੰਗਤਾਂ ਨੇ ਹਾਈ ਕੋਰਟ ਦੀ ਪ੍ਰਸ਼ੰਸਾ ਕੀਤੀ ਹੈ। ਉਹਨਾਂ ਨੇ ਇਹ ਗੱਲ ਕਹਿ ਦਿੱਤਾ ਕਿ ਹਾਈ ਕੋਰਟ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਛਾਣ ਦਿੱਤਾ। ਅਸੀਂ ਪਹਿਲਾਂ ਭੁਲੇਖਿਆਂ 'ਚ ਰਹੇ ਕਿ ਅਸੀਂ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਰਹੇ, ਹੁਣ ਅਸੀਂ ਸਿੱਖ ਐਸੇ ਜਥੇਬੰਦੀਆਂ ਨਾਲ ਜੁੜਾਂਗੇ ਜਿਨ੍ਹਾਂ ਨੂੰ ਪੋਲਿਟਿਕਸ ਨਾਲ ਕੋਈ ਲੈਣ ਦੇਣ ਨਹੀਂ ਹੋਗਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਤੁਹਾਨੂੰ ਆਪਣੇ ਇੰਟਰਵਿਊ 'ਚ ਪਹਿਲਾਂ ਇਹੀ ਕਹਿ ਰਿਹਾ ਹਾਂ ਕਿ ਅਗਰ ਬਾਈ ਦੀਵੇ ਅਸੀਂ ਆਪਣੇ ਗੁਰਦੁਆਰਿਆਂ ਦੇ ਮਨਿਆਰ ਅਗਰ ਵਧਾਉਣਾ ਹੈਗਾ। ਥੋੜੀ ਦੇਰ ਪਹਿਲੇ ਮੈਂ ਤੁਹਾਨੂੰ ਉਹਨੇ ਕੀ ਕਿਹਾ ਕਿ ਭਈਆ ਗੁਰੂ ਘਰ ਦਾ ਵਜ਼ੀਰ, ਗੁਰੂ ਘਰ ਦਾ ਰਾਗੀ, ਗੁਰੂ ਘਰ ਦੀ ਸੰਗਤ, ਗੁਰੂ ਘਰ ਦੇ ਪ੍ਰਬੰਧਕ। ਮੈਂ ਕਿਉਂ ਕਿਹਾ? ਅੱਜ ਅਗਰ ਤੁਸੀਂ ਦੇਖੋ ਕਿ ਗੁਰੂ ਘਰ ਦਾ ਜੇ ਪ੍ਰਬੰਧਕ ਹੀ ਅਗਰ ਠੀਕ ਨਹੀਂ ਹੋਏਗਾ, ਗੁਰੂ ਘਰ ਦੇ ਰਾਗੀ ਪ੍ਰਬੰਧਕ ਹੀ ਇਹੋ ਜਿਹੇ ਹੈਗੇ ਨੇ ਜਿਹੜੇ ਰਾਗੀ ਨੂੰ ਅਗਰ ਬਾਈ ਦੀਵੇ ਉਹ ਕੀਰਤਨ ਕਰਦਾ ਪਿਆ ਤੇ ਉਸੇ ਵਕਤ ਕੀਰਤਨ ਰੁਕਵਾ ਦਿੱਤਾ ਜਾਂਦਾ ਹੈ ਤੇ ਫਿਰ ਇਹਦਾ ਮਤਲਬ ਹੈਗਾ ਪ੍ਰਬੰਧਕ ਗਲਤ ਹੋ ਗਿਆ ਨਾ। ਹੁਣ ਉੱਥੇ ਰਾਗੀ ਕੀ ਕਰੇਗਾ? ਤੁਸੀਂ ਗੱਲ ਦੱਸੋ। ਹੁਣ ਜਿਹੜਾ ਕੋਈ ਸੰਗਤ ਅਗਰ ਜਾਂਦੀ ਹੈਗੀ ਤੇ ਸੰਗਤ ਤੇ ਤਦ ਹੀ ਜਾਏਗੀ ਨਾ ਜੇ ਪ੍ਰਬੰਧਕ ਵਧੀਆ ਹੋਏਗਾ, ਜੇ ਵਜ਼ੀਰ ਵਧੀਆ ਹੋਏਗਾ ਤੇ ਜੇ ਉੱਥੇ ਰਾਗੀ ਵਧੀਆ ਹੋਏਗਾ ਤਦ ਹੀ ਤੇ ਸੰਗਤ ਗੁਰਦੁਆਰੇ ਜੁੜੇਗੀ। ਅੱਜ ਜੋ ਤੁਸੀਂ ਸਵਾਲ ਪੁੱਛਿਆ ਹੈਗਾ ਸਾਡੇ ਗੁਰਦੁਆਰੇ ਦਾ ਜਿਹੜਾ ਕਸਟੋਡੀਅਨ ਹੋਏਗਾ ਆਉਣ ਵਾਲੇ ਟਾਈਮ ਦੇ ਵਿੱਚ ਉਹ ਧਾਰਮਿਕ ਹੀ ਹੋਣਾ ਚਾਹੀਦਾ ਹੈ। ਹੁਣ ਸਾਡੇ ਕੋਲ ਇੱਕ ਗੱਲ ਦੱਸੋ, ਐਸੇ ਬੰਦੇ ਅਸੀਂ ਆਪਣੇ ਆਪ ਨੂੰ ਜਿਹੜੇ ਹੈਗੇ ਨੇ ਪ੍ਰਧਾਨ ਬਣਾਏ ਹੈਗੇ ਨੇ ਜਿਨ੍ਹਾਂ ਨੂੰ ਕੱਛ ਨਹੀਂ ਪਤਾ ਗੁਰਦੁਆਰਿਆਂ ਦੇ, ਕੁਛ ਨਹੀਂ ਪਤਾ ਸਾਨੂੰ ਕਿ ਬਈ ਉਹਨਾਂ ਕੋਲ ਏਕ ਓਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਗਰ ਅਸੀਂ ਮਗਰ ਉਹਨਾਂ ਕੋਲ ਅਗਰ ਪੁੱਛੀਏ ਨਾ ਕਿ ਤੁਸੀਂ ਮੂਲ ਮੰਤਰ ਸੁਣਾ ਦਿਓ ਉਹਨਾਂ ਨੂੰ ਉਹ ਵੀ ਨਹੀਂ ਆਉਂਦਾ ਹੈਗਾ। ਹੁਣ ਕਈ ਚੀਜ਼ਾਂ ਐਸੀਆਂ ਹੈਗੀਆਂ ਕਿ ਜਿਹੜੇ ਮੈਂ ਖੁਦ ਦੇਖੇ ਨੇ, ਬਾਣਾ ਪਾਇਆ ਹੁੰਦਾ ਜੀ, ਚਿੱਟਾ ਬਾਣਾ ਪਾਇਆ ਹੁੰਦਾ, ਕਿਰਪਾਨ ਲਟਕਾਈ ਹੁੰਦੀ ਹੈ, ਫਸਟ ਕਲਾਸ ਪੀਲੀ ਪੱਗ ਬੰਨੀ ਹੁੰਦੀ ਹੈ, ਮੁੱਛਾਂ ਮਾਛਾ ਦਾੜੀ ਦੂੜੀ ਬੜੀ ਵਧੀਆ ਕਰਦੇ ਨੇ। ਔਰ ਮੈਂ ਕਈ ਐਸੇ ਬੰਦਿਆਂ ਨੂੰ ਜਾਣਦਾ ਕਿ ਰਾਤੀ ਕੀ ਕਰਦੇ ਨੇ, ਘਰ ਜਾਂਦੇ ਨੇ ਗਾਤਰਾ ਲਾਉਂਦੇ ਨੇ ਤੇ ਉਹ ਜਿਹੜਾ ਹੈਗਾ ਨਾ ਹੁਣ ਸ਼ਰਾਬ ਦਾ ਵੀ ਸੇਵਨ ਉਹ ਕਰਦੇ ਨੇ। ਮੈਂ ਕਈ ਐਸੇ ਬੰਦੇ ਜਾਣਦਾ। ਹੁਣ ਅੱਜ ਗੁਰਦੁਆਰਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਵੀਰ ਜੀ ਤੁਸੀਂ ਗੱਲ ਦੱਸੋ, ਕਈ ਐਸੇ ਬੰਦੇ ਅੱਜ ਦੀ ਤਰੀਕ ਦੇ ਵਿੱਚ ਵੀ ਹੈਗੇ ਨੇ ਜਿਹੜੇ ਬੰਦਿਆਂ ਨੇ 1984 ਦੇ ਕਤਲੇਆਮ ਜਦੋਂ ਹੋਇਆ ਸੀ ਨਾ, ਜਿਨ੍ਹਾਂ ਨੇ ਕਤਲੇਆਮ ਕਰਾਇਆ ਸੀਗਾ, ਉਹਨਾਂ ਦੇ ਜਿਹੜੇ ਗਵਾਹ ਸੀਗੇ ਉਹਨਾਂ ਨੂੰ ਸਿੱਖ ਨੇ ਹੀ ਗਵਾਹ ਮੁਕਰਵਾ ਕੇ ਤੇ ਅੱਜ ਉਹਨਾਂ ਨੂੰ ਪੈਸੇ ਦੇ ਕੇ ਤੇ ਉਹਨਾਂ ਨੂੰ ਜਿਹੜਾ ਹੈਗਾ ਨਾ, ਨਹੀਂ ਤੇ ਅੱਜ ਉਹ ਗਵਾਹ ਨਾ ਮੁਕਰਵਾਉਂਦੇ ਤੇ ਅੱਜ ਉਹ ਜਿਹੜਾ ਤਿਹਾੜ ਜੇਲ੍ਹ ਦੇ ਪਿੱਛੇ ਹੁੰਦੇ। ਅੱਜ ਤੁਹਾਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਮੈਂ ਕਈ ਬੰਦੇ ਤੁਹਾਨੂੰ ਦਿਖਾ ਦਿੰਦਾ ਵਾਂ। ਹੁਣ ਇਹਨਾਂ ਲੋਕਾਂ ਦੇ ਕੋਲੋਂ ਅਸੀਂ ਉਮੀਦ ਕਰਾਂਗੇ ਕਿ ਇਹ ਸਾਡੀ ਰੱਖਿਆ ਕਰ ਲੈਣਗੇ, ਸਾਡੇ ਧਰਮ ਨੂੰ ਉੱਤੇ ਚੁੱਕ ਲੈਣਗੇ। ਨਾ ਨਾ ਨਾ, ਇਹ ਤਾਂ ਇੱਕ ਫੈਵੀਕੋਲ ਇਹਨਾਂ ਨੇ ਚਿਪਕਾਈ ਹੋਈ ਹੈ ਕਿ ਫੈਵੀਕੋਲ ਨਾਲ ਲੈ ਕੇ ਜਾਂਦੇ ਨੇ, ਜਿੱਥੇ ਜਾਣੇ ਫੈਵੀਕੋਲ ਆਪਣੇ ਕੁਰਸੀ ਦੇ ਥੱਲੇ ਚਿਪਕਾਣੇ ਨਾਲ ਬਹਿ ਜਾਣਾ। ਇਹ ਤੇ ਕਹਿੰਦੇ ਨੇ ਅਸੀਂ ਕੁਰਸੀ ਵੀ ਨਹੀਂ ਛੱਡਣੀ, ਫੈਵੀਕੋਲ ਦੇ ਨਾਲ ਆਪਾਂ ਕੁਰਸੀ ਵੀ ਨਾਲ ਹੀ ਲੈ ਕੇ ਆ ਜਾਣੀ। ਇਹੋ ਜਿਹੇ ਪ੍ਰਬੰਧਕ ਜੇ ਸਾਡੇ ਕੋਲ ਹੋਣਗੇ ਤੇ ਅਸੀਂ ਕਦੀ ਵੀ ਆਪਣੇ ਗੁਰਦੁਆਰਿਆਂ ਦੀ ਰਾਖੀ ਨਹੀਂ ਕਰ ਸਕਦੇ। ਹੁਣ ਇਹ ਗੱਲ ਦੱਸੋ, ਤੁਸੀਂ ਇੱਕ ਗੱਲ ਸਵਾਲ ਪੁੱਛਿਆ, ਮੈਨੂੰ ਕਹਿਣ 'ਚ ਕੋਈ ਗੁਰੇਜ਼ ਕੋਈ ਨਹੀਂ ਹੈਗਾ। ਮੈਂ ਤੁਹਾਡੇ ਚੈਨਲ ਦੇ ਰਾਹੀਂ ਗੱਲ ਕਹਿਣਾ ਚਾਹੁੰਦਾ, ਪਰਮਜੀਤ ਸਿੰਘ ਚੰਦੋਕ ਜਿਹੜੇ ਕਿ ਆਪਣੇ ਆਪ ਨੂੰ ਚੇਅਰਮੈਨ ਕਹਿੰਦੇ ਹੈਗੇ ਨੇ, ਹੁਣ ਉਹਨਾਂ ਨੇ ਗੱਲ ਦੱਸੋ ਕਿ ਬੀਅਰ ਲੈਂਦੇ ਅਗਰ ਉਹ ਪਕੜੇ ਗਏ ਸੀਗੇ ਤੇ ਉਹ ਬੀਅਰ ਲੈਂਦੇ ਪਕੜੇ ਗਏ, ਲੜਕੀ ਉਹਨਾਂ ਦੀ ਗੱਡੀ 'ਚ ਬੈਠੀ ਸੀਗੀ ਔਰ ਜਿਹੜਾ 551 ਸਾਲ ਦਾ ਜਿਹੜਾ ਤੁਸੀਂ ਦੇਖੋ ਨਗਰ ਕੀਰਤਨ ਨਿਕਲਣਾ ਸੀਗਾ ਉਹਦਾ ਪ੍ਰਚਾਰ ਦੀ ਗੱਡੀ ਸੀਗੀ ਉਹਨਾਂ ਦੇ ਕੋਲ। ਹੁਣ ਅਗਲਾ ਬੀਅਰ ਲੈਂਦੇ ਚਲਾ ਗਿਆ, ਉਹਨਾਂ ਨੂੰ ਨਹੀਂ ਪਤਾ ਕਿ ਤੁਸੀਂ ਗੁਰਦੁਆਰੇ ਦੇ ਚੇਅਰਮੈਨ ਹੈਗੇ ਹੋ, ਐਡੀ ਵੱਡੀ ਤੁਹਾਡੀ ਦਾੜੀ ਹੈਗੀ ਹੈ, ਤੁਹਾਨੂੰ ਦੁਨੀਆ ਦੇਖਦੀ ਪਈ ਹੈ। ਅਸੀਂ ਇਹਨਾਂ ਵਰਗੇ ਸਾਡੇ ਕੋਲ ਜਿਹੜੇ ਚੇਅਰਮੈਨ ਨੇ, ਇਹ ਕੀ ਕਰ ਲੋਗੇ ਤੁਸੀਂ ਇਹਨਾਂ ਵਰਗੇ ਚੇਅਰਮੈਨਾਂ ਕੋਲੋਂ? ਅਸੀਂ ਇਹਨਾਂ ਵਰਗੇ ਚੇਅਰਮੈਨਾਂ ਕੋਲੋਂ ਕੋਈ ਵੀ ਉਮੀਦ ਨਹੀਂ ਕਰ ਸਕਦੇ। ਹੁਣ ਕਈ ਤੁਹਾਨੂੰ ਮੈਂ ਦੱਸਾਂ, ਹੁਣ ਕਈ ਐਸੇ ਹੈਗੇ ਨੇ ਕਿ ਜਿਵੇਂ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਇਸ ਟਾਈਮ, ਮਗਰ ਵਕਤ ਆਏਗਾ ਤੇ ਮੈਂ ਨਾਂ ਲਾਂਗਾ। ਕੋਈ ਐਸੇ ਵੀ ਬੰਦੇ ਹੈਗੇ ਨੇ ਕਿ ਤੁਸੀਂ ਦੇਖੋ ਕਿ
ਤੇ ਤੁਸੀਂ ਉਹਨਾਂ ਨੂੰ ਸਰਾਂ ਦੇ ਵਿੱਚ ਜਗ੍ਹਾ ਦਵਾਈ ਔਰ ਉੱਥੇ ਉਹਨਾਂ ਨੇ ਜਿਹੜੀ ਹੈਗੀ ਬਾਹਰ ਦੀਆਂ ਔਰਤਾਂ ਨੂੰ ਲਿਆ ਕੇ ਜਿਹੜਾ ਹੈਗਾ ਨਾ ਉਹਨਾਂ ਦੇ ਨਾਲ ਜਿਹੜਾ ਹੈਗਾ ਨਾ ਉਹ ਕੁਕਰਮ ਕੀਤਾ ਹੈਗਾ। ਹੁਣ ਮੈਂ ਨਾਮ ਦੱਸਾਂਗਾ ਜਦੋਂ ਆਉਣ ਦੇ ਟਾਈਮ ਦੇ ਵਿੱਚ। ਮੈਨੂੰ ਵੀਰ ਜੀ ਇੱਕ ਇੱਕ ਬੰਦੇ ਦਾ ਪਤਾ ਹੈ ਕਿ ਕਿਹੜਾ ਕਿਹੜਾ ਬੰਦਾ ਕੀ ਕੀ ਕਰਦਾ ਹੈਗਾ। ਹੁਣ ਇਹ ਬੰਦੇ ਕਿਉਂ ਚੁੱਪ ਬੈਠੇ ਨੇ, ਜਿੰਨੇ ਵੀ ਮੈਂਬਰ ਹੈਗੇ ਨੇ ਕਿਉਂ ਨਹੀਂ ਬੋਲਦੇ? ਇਹ ਕਿਤੇ ਨਾ ਕਿਤੇ ਜਿਹੜੀ ਹੈਗੀ ਹੈ ਉਹਨਾਂ ਦੀ ਜ਼ੁਬਾਨ ਨਹੀਂ ਖੁੱਲ੍ਹ ਸਕਦੀ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦਾ ਵਪਾਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਾਲ ਜਿਹੜਾ ਹੈਗਾ ਕਿਤੇ ਨਾ ਕਿਤੇ ਉਹਨਾਂ ਦਾ ਲਿੰਕ ਹੈਗਾ। ਅਗਰ ਉਹ ਕਹਿੰਦੇ ਨੇ ਜ਼ੁਬਾਨ ਖੁੱਲਾਂਗੇ ਤੇ ਸਾਡੇ ਵਪਾਰ ਨੂੰ ਵੀ ਫਰਕ ਪੈਗਾ। ਮੈਨੂੰ ਕੋਈ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈਗਾ। ਇੱਕ ਗੱਲ ਨੂੰ ਤਾਂ ਤੁਸੀਂ ਮੰਨਦੇ ਹੋ ਸਰ ਵੀ ਅਗਰ ਪਾਰਟੀ ਦਾ ਚੋਣ ਨਿਸ਼ਾਨ ਜਿਹੜਾ ਸੀਗਾ ਹਾਂਜੀ ਅਗਰ ਉਹ ਨਹੀਂ ਆਉਂਦਾ ਤੇ ਕਿਹੋ ਜਿਹੇ ਸਿੱਖ ਆਣਗੇ? ਦੇਖੋ ਪੰਜਾਬੀ ਦੀ ਕਹਾਵਤ ਮੈਂ ਵਰਡ ਨਹੀਂ ਬੋਲਣਾ ਚਾਹੁੰਦਾ ਵੀ ਪਾਰਟੀ ਨਵੀਂ ਜੀ ਤੇ ਪਾਣੀ ਪੁਰਾਣਾ ਹੀ ਉਹਦੇ ਵਿੱਚ। ਤੇ ਹੁਣ ਪੁਰਾਣੇ ਲੋਕਾਂ ਨੇ ਚੁਣਾਵ ਲੜਨਾ, ਕਿੰਨਾ ਕੁ ਉਹਨਾਂ ਨੂੰ ਇਸ ਚੀਜ਼ ਦੀ ਸਜ਼ਾ ਮਿਲੇਗੀ ਕਿ ਤੁਹਾਡਾ ਜਿਹੜਾ ਚਿੰਨ੍ਹ ਹੈ ਇਸ ਦਿੱਲੀ ਦੇ ਵਿੱਚੋਂ ਗਾਇਬ ਹੋਇਆ ਔਰ ਇਹ ਤੁਹਾਡੀ ਨਲਾਇਕੀ ਨਾ ਹੋਇਆ? ਵੀਰ ਜੀ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਦਾ, ਮੈਂ ਸੰਗਤਾਂ ਨੂੰ ਕਹਿਣਾ ਚਾਹੁੰਦਾ ਜੀ, ਚੱਲਦੇ ਪਾਣੀ ਦੇ ਵਿੱਚ ਅਗਰ ਅਸੀਂ ਇੱਕ ਵਾਰੀ ਉਂਗਲੀ ਲਗਾ ਲਾਂਗੇ ਤੇ ਕਿਆ ਤੁਸੀਂ ਚੱਲਦਾ ਪਾਣੀ ਨੂੰ ਦੁਬਾਰਾ ਉਂਗਲੀ ਲਗਾ ਸਕਦੇ ਹੋ? ਕਦੀ ਨਹੀਂ ਲਗਾ ਸਕਦੇ। ਮੈਂ ਗੱਲ ਕਹਿੰਦਾ ਅਕਾਲੀ ਦਲ ਬਾਦਲ ਦੇ ਜਿੰਨੇ ਵੀ ਤੁਸੀਂ ਬੰਦੇ ਤੁਸੀਂ ਦੇਖਦੇ ਪਿਓ ਅੱਜ ਦੀ ਤਰੀਕ ਦੇ ਵਿੱਚ, ਉਹਨਾਂ ਦੀਆਂ ਤੁਸੀਂ ਪ੍ਰਾਪਰਟੀਆਂ ਚੈੱਕ ਕਰ ਲਓ, ਉਹਨਾਂ ਦੀ ਤੁਸੀਂ ਸਾਰਾ ਕੁਝ ਵੈਲਥ ਚੈੱਕ ਕਰ ਲਓ ਕਿ ਜਿਹੜੇ ਉਹਨਾਂ ਉਹ ਪਹਿਲੇ ਕੀ ਸੀ ਤੇ ਹੁਣ ਕੀ ਨੇ। ਚਲੋ ਮੈਂ ਸਾਰੀ ਗੱਲ ਨੂੰ ਛੱਡੋ, ਤੁਸੀਂ ਕੰਮ ਕਰੋ ਜਿਹੜੇ ਅਕਾਲੀ ਦਲ ਬਾਦਲ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ। ਮੈਂ ਪਿਛਲੇ ਵੀ ਇੱਕ ਵਾਰੀ ਆਪਣੀ ਇੱਕ ਇੰਟਰਵਿਊ 'ਚ ਕਿਹਾ ਸੀਗਾ ਕਿ ਭਈਆ ਦੇਖੋ ਵੱਡੇ ਬਾਦਲ ਸਾਹਿਬ ਦਾ ਇਹ ਲੋਕ ਨਾ ਜਿਹੜੇ ਅਕਾਲੀ ਦਲ ਬਾਦਲ ਦੇ ਜਿਹੜੇ ਆਪਣੇ ਕੋਈ ਵੀ ਜਿਹੜੇ ਹੈਗੇ ਨੇ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਬੜੇ ਲੀਡਰ ਹੈਗੇ ਆ, ਉਹਨਾਂ ਦਾ ਬਾਦਲ ਸਾਹਿਬ ਦਾ ਮਾਣ ਕਰਦੇ ਨੇ। ਕਿਉਂਕਿ ਇੱਕ ਵਾਰੀ ਨਾ ਵੀਡੀਓ ਮੈਂ ਚਲਾਈ ਵੀ ਸੀਗੀ ਤੇ ਬਾਦਲ ਸਾਹਿਬ ਨੇ ਕਿਹਾ ਸੀਗਾ ਉਹ ਯਾਰ ਤੁਸੀਂ ਪਰਚਿਆਂ ਤੋਂ ਕਿਉਂ ਡਰਦੇ ਹੋ ਯਾਰ, ਜਿੰਨੇ ਤੁਹਾਡੇ ਤੇ ਪਰਚੇ ਹੋਣਗੇ ਉਨਾ ਹੀ ਤੁਹਾਡਾ ਨਾਮ ਹੋਏਗਾ। ਤੇ ਯਾਰ ਮੈਂ ਕਿਹੜਾ ਕੋਈ LLB ਕੀਤੀ ਹੈਗੀ ਹੈ, ਮੈਂ ਵੀ ਤੇ 5 ਵਾਰੀ ਪਰਚਿਆਂ ਦੇ ਕਾਰਨ ਤੇ ਮੁੱਖ ਮੰਤਰੀ ਬਣਿਆ। ਉਹ ਸੁਖਬੀਰ ਦਾ ਕੀ ਵਿਗਾੜ ਲਿੱਤਾ ਯਾਰ, ਤੇ ਸੁਖਬੀਰ ਦੇ ਉੱਤੇ ਪਰਚੇ ਹੋਏ ਨੇ। ਤੇ ਇਹ ਕਿਤੇ ਨਾ ਕਿਤੇ ਜਿਹੜੇ ਅਕਾਲੀ ਦਲ ਬਾਦਲ ਦੇ ਵਿੱਚ ਕੋਈ ਲੀਡਰ ਹੈਗੇ ਨਾ ਉਹ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਵਿੱਚ ਹੋਏਗੀ ਕਿ ਨਹੀਂ ਬਾਦਲ ਸਾਹਿਬ ਨੇ ਗੱਲ ਕਹੀ ਹੈਗੀ ਹੈ ਜਿੰਨੇ ਸਾਡੇ ਦੇ ਪਰਚੇ ਹੋਣਗੇ। ਉਹ ਸ਼ਾਇਦ ਮੈਨੂੰ ਲੱਗਦਾ ਕਿ ਉਹ ਪਰਚਿਆਂ ਤੋਂ ਡਰਦੇ ਹੀ ਨਹੀਂ ਹੈਗੇ, ਇਸੇ ਕਰਕੇ ਨਹੀਂ ਡਰਦੇ ਕਿਉਂਕਿ ਉਹ ਵੱਡੇ ਬਾਦਲ ਸਾਹਿਬ ਦਾ ਜਿਹੜਾ ਹੈਗਾ ਨਾ ਬੜਾ ਸਤਿਕਾਰ ਕਰਦੇ ਨੇ ਕਿ ਉਹਨਾਂ ਨੇ ਕਿਹਾ ਤੇ ਉਹਨਾਂ ਨੇ ਕਿਹਾ ਤੇ ਅਸੀਂ ਪੂਰਨੇ ਉਤਰ ਰਹੇ ਨੇ ਮੇਰੇ ਖਿਆਲ ਨਾਲ। ਬਾਦਲ ਸਾਹਿਬ ਜਥੇਦਾਰ ਟੀਵੀ ਤੇ ਗੱਲਬਾਤ ਕਰਦਾ ਦਿਲ ਸੇ ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਇਹ ਸਨ ਜਗਜੀਤ ਸਿੰਘ ਜੀ ਮੁੱਦਲ, ਮੈਂ ਹੁਸ਼ਨੇਕ ਸਿੰਘ ਪਿੰਕਾ ਤੇ ਮੇਰੇ ਸਾਥ ਵਰਨ ਦਿੱਲੀ ਤੋਂ।